ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਔਰ ਆਪਕਾ ਸਵਾਗਤ ਹੈ। ਜੀ ਹਾਂ, ਤੁਸੀਂ ਭਲੀ ਭਾਂਤ ਪਿੱਛੇ ਮੇਰੇ ਬੈਕਗਰਾਊਂਡ ਦੇ ਵਿੱਚ ਪੜ੍ਹ ਵੀ ਰਹੇ ਹੋਵੋਗੇ, ਹਿੰਦੀ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਔਰ ਅੱਜ ਦੀ ਇਸ ਗੱਲਬਾਤ ਦਾ ਜਿਹੜਾ ਵਿਸ਼ਾ ਵੀ ਹੈ ਜੀ ਉਹ ਇੱਕ ਅਜਿਹੀ ਰਾਈਟਰ ਦੇ ਨਾਲ, ਅਜਿਹੀ ਲੇਖਿਕਾ ਦੇ ਨਾਲ ਹੈ ਜਿਨ੍ਹਾਂ ਨੂੰ ਕਿ ਤੁਸੀਂ ਹੈਲੋ ਕੈਨੇਡਾ ਟੀਵੀ ਸ਼ੋਜ਼ ਦੇ ਦੌਰਾਨ ਪਿਛਲੇ ਸਾਲਾਂ ਦੇ ਦੌਰਾਨ ਵੇਖ ਚੁੱਕੇ ਹੋ ਔਰ ਹੁਣ ਉਹ ਇੱਕ ਆਪਣੀ ਨਵੀਂ ਜਿਹੜੀ ਇੱਕ ਕਿਤਾਬ, ਇੱਕ ਨਾਵਲ ਲੈ ਕੇ ਹਾਜ਼ਰ ਨੇ ਔਰ ਉਹ ਕੀ ਹੈ ਉਹ ਸਾਰਾ ਕੁਛ ਔਰ ਕਿਸ ਭਾਸ਼ਾ ਦੇ ਵਿੱਚ ਹੈ ਔਰ ਕਿਉਂ ਉਹਨਾਂ ਨੂੰ ਇਹ ਜ਼ਰੂਰਤ ਪਈ ਕਿ ਉਹ ਇੱਕ ਖਾਸ ਵਿਸ਼ੇ ਦੇ ਉੱਤੇ ਉਹਨਾਂ ਨੇ ਜਿਹੜਾ ਹੈ ਨਾਵਲ ਲਿਖਿਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਿਹੜੀ ਹੈ ਜਾਣ ਪਹਿਚਾਣ ਕਰਾਵਾਂ ਅੱਜ ਦੀ ਸਾਡੀ ਖਾਸ ਮਹਿਮਾਨ ਅਤੇ ਤੁਹਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਇਹਨਾਂ ਦੇ ਪੁਸਤਕਾਂ ਕਿਸੇ ਨਾ ਕਿਸੇ ਭਾਸ਼ਾ ਦੇ ਵਿੱਚ ਜ਼ਰੂਰ ਪਹੁੰਚੀਆਂ ਹੋਈਆਂ ਹਨ। ਤੁਸੀਂ ਪੜ੍ਹਿਆ ਹੈ ਇਹਨਾਂ ਨੂੰ, ਬਹੁਤ ਪੜ੍ਹਿਆ ਹੈ, ਬੜੇ ਹੀ ਸਨਮਾਨਿਤ ਔਰ ਬੜੇ ਹੀ ਬਹੁਤ ਜ਼ਿਆਦਾ ਦੇਸ਼ ਵਿਦੇਸ਼ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਪ੍ਰਖਿਆਤ ਲੇਖਿਕਾ ਡਾਕਟਰ ਨਿਰਮਲ ਜਸਵਾਲ, ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਗੱਲਬਾਤ ਵੈਸੇ ਕਿਉਂਕਿ ਮੈਂ ਤੁਹਾਡੇ ਨਾਲ ਪੰਜਾਬੀ 'ਚ ਵੀ ਗੱਲਬਾਤ ਕੀਤੀ ਹੈ, ਹਿੰਦੀ 'ਚ ਵੀ ਕੀਤੀ ਹੈ, ਸੋ ਅੱਜ ਦੀ ਜਿਹੜੀ ਗੱਲਬਾਤ ਹੈ ਜੀ ਉਹ ਤੁਸੀਂ ਵੇਖ ਲਿਆ ਹੋਏਗਾ ਕਿ ਉਹ ਉਸਦਾ ਵਿਸ਼ਾ ਕੀ ਹੈ। ਔਰ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਅੱਜ ਆਪਾਂ ਕਿਸ ਦੇ ਬਾਰੇ ਗੱਲ ਕਰਨ ਆਏ ਹਾਂ ਜੀ। ਹਾਂਜੀ ਨਾਗਰਾ ਜੀ, ਐਕਚੁਅਲੀ ਤੁਸੀਂ ਮੈਨੂੰ ਜਦੋਂ ਵੀ ਮੇਰੀ ਕੋਈ ਨਵੀਂ ਕਿਤਾਬ, ਨਵੀਂ ਕਹਾਣੀ ਜਾਂ ਕੁਝ ਵੀ ਆਉਂਦਾ ਤੁਸੀਂ ਮੈਨੂੰ ਜ਼ਰੂਰ ਸੱਦਦੇ ਹੋ। ਅਤੇ ਪਹਿਲਾਂ ਤਾਂ ਤੁਹਾਡਾ ਥੈਂਕ ਯੂ, ਅਤੇ ਸਾਰਿਆਂ ਤੋਂ ਜ਼ਿਆਦਾ ਥੈਂਕ ਯੂ ਆਪਣੇ ਪੰਜਾਬ ਸਟਾਰ ਦਾ ਜੀ, ਕਿਉਂਕਿ ਪੰਜਾਬ ਸਟਾਰ ਦੀ ਜਿਹੜੀ ਦੇਣ ਹੈ ਉਹ ਇੰਟਰਨੈਸ਼ਨਲ ਹੈ। ਤੁਹਾਡਾ ਜਿਹੜਾ ਚੈਨਲ ਸੀ ਹੈਲੋ ਕੈਨੇਡਾ ਉਹ ਵੀ ਇੰਟਰਨੈਸ਼ਨਲ ਦੇਣ ਸੀ, ਅਤੇ ਮੈਂ ਹੁਣ ਤੁਸੀਂ ਮੈਨੂੰ ਇੰਟਰਨੈਸ਼ਨਲ ਬਣਾਤਾ ਕਿਉਂਕਿ ਮੈਂ ਵੈਸੇ ਵੀ ਟੋਰਾਂਟੋ ਆ ਗਈ ਹਾਂ ਅਤੇ ਇੰਟਰਨੈਸ਼ਨਲ ਤੌਰ 'ਤੇ ਬਣਾਤਾ। ਚਲੋ ਐਨੀਵੇ, ਅਤੇ ਇਹ ਜਿਹੜਾ ਨਾ ਪਹਿਲਾਂ ਕਹਾਣੀਆਂ ਜਿਹੜੀਆਂ ਆਈਆਂ ਸੀ ਉਹ ਡਿਫਰੈਂਟ ਆਈਆਂ ਸੀ, ਠੀਕ ਹੈ ਜੀ, ਅਤੇ ਲੋਕਾਂ ਨੇ ਪਸੰਦ ਵੀ ਕੀਤੀਆਂ ਅਤੇ ਲੋਕਾਂ ਨੇ ਇਹ ਵੀ ਕਿਹਾ ਕਿ ਹਾਂ ਵੀ ਇਹ ਮੈਂ ਪੈਟਰਨ ਚੇਂਜ ਕਰ ਦਿੰਦੀ, ਕਹਾਣੀ ਕੀ ਹੁੰਦੀ ਉਹ ਡਿਫਰੈਂਟ ਜੀ ਵਿਸ਼ੇ ਲੈ ਕੇ ਔਰ ਡਿਫਰੈਂਟ ਹਰ ਚੀਜ਼ ਲੈ ਕੇ ਉਹ ਲਿਖਦੀਆਂ ਔਰ ਮੈਨੂੰ ਮਜ਼ਾ ਵੀ ਆਉਂਦਾ ਹੈ। ਜੇ ਮੈਂ ਇੰਜੋਏ ਨਾ ਕਰਾਂ ਅਤੇ ਜੇ ਮੇਰੇ ਪਾਠਕ ਜਾਂ ਵਿਊਅਰਸ ਜਿਹੜੇ ਇੰਜੋਏ ਨਾ ਕਰਨ ਚੀਜ਼ ਨੂੰ, ਉਹ ਮੈਂ ਨਹੀਂ ਲਿਖ ਸਕਦੀ, ਕਿਉਂਕਿ ਹਰ ਚੀਜ਼ ਜੋ ਹੈ ਕਲਪਨਾ ਦਾ ਅਤਿਰੇਕ ਹੋਣਾ ਚਾਹੀਦਾ ਹੈ। ਅਤੇ ਮੈਂ ਪੰਜਾਬੀ 'ਚ ਬੋਲ ਰਹੀ ਹਾਂ ਕਿਉਂਕਿ ਪਰ ਮੇਰਾ ਜਿਹੜਾ ਨਾਵਲ ਹੈ ਉਹ ਹਿੰਦੀ 'ਚ ਹੈ ਅਤੇ ਰੈੱਡ ਵਾਈਨ ਜ਼ਿੰਦਗੀ। ਇਹ ਰੈੱਡ ਵਾਈਨ ਬਹੁਤ ਥਾਂ 'ਤੇ ਖਿਲ ਰਹੀ ਹੋਈ ਹੈ। ਮੈਂ ਤਾਂ ਇੰਡੀਆ ਜਾ ਕੇ ਵੀ ਖਿਲਾਰਤੀ ਇਹਨੂੰ, ਕਿਉਂਕਿ ਇੱਥੇ ਤਾਂ ਰੈੱਡ ਵਾਈਨ ਬਹੁਤ ਜ਼ਿਆਦਾ ਹੁੰਦੀ ਹੈ, ਪਰ ਇਹ ਰੈੱਡ ਵਾਈਨ ਜਿਹੜਾ ਹੈ ਮੇਰਾ ਇਹ ਕੀ ਹੈ ਜੀ, ਸਿੰਬੋਲਿਕ ਹੈ। ਮੈਂ ਉਹੀ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਤੁਸੀਂ ਗਲਾਸ ਵੀ ਦੇਖ ਰਹੇ ਹੋਵੋਗੇ ਮੇਰੇ ਪਿੱਛੇ ਜਿਹੜਾ ਹੈ ਜੀ, ਉਹਦੇ 'ਚ ਰੈੱਡ ਵਾਈਨ ਜਿਹੜੀ ਹੈ ਜੀ ਉਹ ਗਿਰ ਰਹੀ ਹੈ। ਔਰ ਜ਼ਿੰਦਗੀ ਤੇ ਰੈੱਡ ਵਾਈਨ ਦਾ ਪਹਿਲਾਂ ਤਾਂ ਸਾਨੂੰ ਦੱਸੋ ਕਿ ਇਹ ਨਾਤਾ ਤੇ ਇਹ ਜਿਹੜਾ ਟਾਈਟਲ ਹੈ ਇਹ, ਔਰ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿਸ਼ਾ ਵਸਤੂ ਵੱਲ ਆਵਾਂਗੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਡਾਕਟਰ ਨਿਰਮਲ ਜਸਵਾਲ ਹੋਰਾਂ ਨੇ ਪੰਜਾਬੀ ਦੇ ਵਿੱਚ ਚੁੱਪ ਜਿਹੀ ਕੁੜੀ, ਮੱਛੀਆਂ, ਕੱਚ ਦੀਆਂ, ਰੇਤ ਕਾ ਰਿਸ਼ਤਾ ਹਿੰਦੀ ਦੇ ਵਿੱਚ, ਔਰ ਡੀਨਾ ਔਰ ਸਿਲਕੀ ਹਿੰਦੀ ਪੰਜਾਬੀ ਦੋਨੋਂ ਆਈਆਂ ਸੀ, ਨਜ਼ਾਕਤਾਂ ਦੋਨੋਂ ਪੰਜਾਬੀ ਦੇ ਵਿੱਚ, ਔਰ ਸਮੁੰਦਰ ਨੀਲੀ ਆਂਖੋਂ ਕਾ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਕੀਤਾ ਜੀ, ਹਿੰਦੀ ਦੀ ਇਹ ਤੁਹਾਡੀ ਕਾਵਿ ਬਲੂ ਆਈਡ ਓਸ਼ਨ ਕਿਸੇ ਫਰੈਂਡ ਨੇ ਕੀਤਾ। ਸੋ ਇਹ ਜਿਹੜੀਆਂ ਗੱਲਾਂ ਨੇ ਜੀ, ਔਰ ਹੁਣ ਗੱਲ ਮੈਂ ਪੁੱਛ ਰਿਹਾ ਆਪਣੇ ਦਰਸ਼ਕਾਂ ਦੇ ਲਈ ਕਿ ਰੈੱਡ ਵਾਈਨ ਜ਼ਿੰਦਗੀ, ਰੈੱਡ ਵਾਈਨ ਜਿਹੜੀ ਹੈ ਇੱਕ ਬਿਲਕੁਲ ਆਪਾਂ ਵਾਈਨ ਜਿਹਨੂੰ ਆਪਾਂ ਸ਼ਰਾਬ ਸਿੱਧੀ ਭਾਸ਼ਾ 'ਚ ਕਹਿ ਦਈਏ ਇੱਥੇ ਹੈ ਨਾ ਜੀ, ਲੋਕ ਬਹੁਤ ਪੀਂਦੇ ਨੇ ਕਿ ਇੱਕ ਵਾਈਟ ਹੁੰਦੀ ਹੈ, ਇੱਕ ਰੈੱਡ ਹੁੰਦੀ ਹੈ, ਆਹ ਚੰਗੀ ਹੁੰਦੀ ਹੈ। ਇਹ ਰੈੱਡ ਵਾਈਨ ਜ਼ਿੰਦਗੀ ਦੇ ਨਾਲ ਇਹਦਾ ਤਾਲੁਕ ਤੇ ਰਿਸ਼ਤਾ ਇਹ ਦੱਸੋ ਜੀ ਕੀ ਹੈ। ਪਤਾ ਕੀ ਹੈ, ਜਦੋਂ ਮੈਂ ਪਹਿਲਾਂ ਆਈ ਸੀ ਨਾ 2012 'ਚ, ਜਾਂ ਮੈਂ ਸ਼ਿਮਲੇ ਵਗੈਰਾ ਜਾਂਦੇ ਸੀ, ਉੱਥੇ ਰੈੱਡ ਵਾਈਨ ਤਾਂ ਅਵੇਲੇਬਲ ਸੀ, ਰੈੱਡ ਵਾਈਨ ਪੀਣ ਵਾਲੀ, ਪਰ ਉੱਥੇ ਬੜੀ ਕੋਸਟਲੀ ਹੁੰਦੀ ਹੈ। ਇੱਥੇ ਮੇਰੇ ਜਿਹੜੇ ਬੇਟੀ ਦੇ ਜਿਹੜੇ ਸਹੁਰੇ ਨਾ ਉਹ ਰੈੱਡ ਵਾਈਨ ਜਦੋਂ ਆਫਰ ਕਰਦੇ, ਰੈੱਡ ਵਾਈਨ ਨਹੀਂ ਕਰਦੇ ਜਾਂ ਵਾਈਟ ਜਾਂ ਇੱਦਾਂ ਲੀਕਰ ਨਹੀਂ ਕਰਦੇ, ਇਹਨੂੰ ਮੈਂ ਲੀਕਰ ਨਹੀਂ ਸਮਝਦੀ ਹਾਂ। ਪਰ ਰੈੱਡ ਵਾਈਨ ਨੂੰ ਜਦੋਂ ਮੈਂ ਦੇਖਿਆ ਕਿ ਇਹਦਾ ਇੱਕ ਪੈਟਰਨ ਬਣ ਸਕਦਾ ਹੈ, ਰੈੱਡ ਵਾਈਨ ਹੈ ਕਿ ਮੈਨੂੰ ਦੱਸਿਆ ਗਿਆ ਕਿ ਜੇ ਤੁਸੀਂ ਵਾਈਟ ਵਾਈਨ ਲਓਗੇ ਤੇ ਉਹਦੇ ਨਾਲ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਥੋੜਾ ਵਧੇਗਾ, ਹਾਈ ਹੋਏਗਾ, ਹੈ ਨਾ। ਜੇ ਇਹ ਲਓਗੇ ਇਟ ਇਜ਼ ਓਕੇ, ਇਟ ਇਜ਼ ਕੂਲ। ਤੇ ਮੈਂ ਕਿਹਾ ਅੱਛਾ ਚਲੋ ਠੀਕ ਹੈ। ਫਿਰ ਮੈਂ ਕਿਉਂਕਿ ਮੈਂ ਥਿੰਕਰ ਵੀ ਹੈਗੀ ਹਾਂ ਤੇ ਕਹਾਣੀਕਾਰ ਵੀ ਹਾਂ ਤੇ ਕਲਪਨਾ ਦਾ ਤਾਂ ਉਡਾਨ ਹੁੰਦੀ ਹੈ। ਫਿਰ ਮੈਂ ਹੌਲੀ ਹੌਲੀ ਇਹ ਪੈਟਰਨ ਚੇਂਜ ਕੀਤਾ ਕਿ ਇਹ ਰੈੱਡ ਵਾਈਨ ਜਿਹੜੀ ਹੈ ਕਿਸ ਤਰ੍ਹਾਂ ਹੈ, ਫਿਰ ਇਹਨੂੰ ਕਹਾਣੀ 'ਚ ਢਾਲਿਆ। ਤੇ ਮੇਰਾ ਜਿਹੜਾ ਨਾ, ਮੈਂ ਥੈਂਕ ਯੂ ਉਹਨਾਂ ਦਾ ਕਰਨਾ ਚਾਹ ਰਹੀ ਹਾਂ, ਆਧਾਰ ਪ੍ਰਕਾਸ਼ਨ ਵੱਲੋਂ ਛਪੀ ਹੈ ਕਿਤਾਬ, ਤਾਂ ਇਸ ਕਰਕੇ ਥੈਂਕ ਯੂ ਕਰਨਾ ਚਾਹੁੰਦੀ ਹਾਂ। कि मैं हिंदी से बोला कि पंजाबी ठीक है, दोनों चलना। अच्छा, कि आधार प्रकाशन के जो देश निर्मोही जी है वो उन्होंने मुझे कहा कि निर्मल जी आपकी जो रेत का रिश्ता हमने छापी है उसकी बहुत ज़्यादा डिमांड बढ़ी है और अच्छी कहानियाँ लिखी हैं, और मतलब लोग चाहते हैं आपको पढ़ना, पर हमें इस वक्त एक उपन्यास चाहिए, नावल चाहिए। हाँ, एक उपन्यास चाहिए, नावल चाहिए।
तो मैंने कहा कि भाई नॉवल तो मेरा नहीं है, मुझे नहीं मालूम, लेकिन शर्तिया में कहानी तो मेरा एक मतलब पैटर्न चाहिए, और मैं कहानीकार तो मैं हूँ, मानी भी हुई हूँ, क्योंकि PhD वगैरह की है, MPhil की है, और बच्चे भी पढ़ते हैं, और मतलब चर्चित हैं कहानियाँ, क्योंकि डिफरेंट है। जी जी जी। और मेरा ये मुकाबला ना मतलब कई लोगों ने इदा होंगे कि मैं जो भी कुछ भी मतलब इसमें कुछ भी पैटर्न ले लूँ या कुछ भी एक सब्जेक्ट ले लूँ, वो डिफरेंट ही होगा। मुझे डिफरेंट सब्जेक्ट देख के ही मजा आता है, अदरवाइज आम सा मैं कुछ नहीं कर सकती अपनी ज़िंदगी में भी और अपने इस लिखने में भी। तब ये रेड वाइन जो लिखा, फिर मैंने इसको ज़िंदगी के साथ जोड़ के लिखा। क्योंकि ये रेड वाइन जो ज़िंदगी देती भी है, लेकिन अंत में जो मैंने कुछ कोरोना काल में देखा और कोरोना काल का जो महसूस किया, क्या रेड वाइन जो रेड ब्लड जो है वो कैसे वाइट बन जाता है। तो आखिर में मेरे उपन्यास का यही है कि वाइट बन गया, मतलब ताबूत बन गए, वाइट बर्फ जैसे। हाँ, और जैसे बर्फ जैसे यहाँ पर देखती हूँ मैं अपने कनाडा में, खासकर मैं कैलगरी वगैरह जाती हूँ, वहाँ पर तो ह्यूज बर्फ़ देखी है मैंने, और बर्फ़ से खेली भी हूँ, कूदी भी हूँ, सब कुछ देखा, लेकिन उसमें ज़िंदगी भी देखी है और उसमें मौत भी देखी है। इसको मैंने अंत में तो मौत कैसे आती है, कैसे कोरोना ने, कैसे घर में कैसे क्या तूफान मचाया हुआ था, उसको लेके लिखी है जी। सो रेड वाइन ਜ਼ਿੰਦਗੀ ਜਿਹੜੀ ਹੈ ਆਬਵੀਅਸਲੀ ਜਦੋਂ ਕੋਈ ਕਹਾਣੀਕਾਰ ਜਿਹੜਾ ਹੈ ਕਹਾਣੀ ਦਾ ਵੱਡਾ ਵਿਸਤਾਰਿਤ ਰੂਪ ਤੁਸੀਂ ਨਾਵਲ ਮੰਨਦੇ ਹੋ, ਜਾਂ ਆਪਾਂ ਜੇ ਨਾਵਲ ਕਹਾਣੀਆਂ ਦੀ ਵੀ ਆਪਾਂ ਥੋੜੀ ਜਿਹੀ ਗੱਲ ਕਰ ਲਈ, ਕਿਉਂਕਿ ਇਹ ਵੀ ਇੱਕ ਵਿਸ਼ਾ ਹੋ ਸਕਦਾ, ਸਾਡੇ ਦਰਸ਼ਕ ਕਈ ਵਾਰੀ ਇਹ ਸੋਚ ਲੈਣਗੇ ਕਿ 10-15 ਪੰਨਿਆਂ ਦੀ ਜਿਹੜੀ ਕਹਾਣੀ ਕਿਤੇ ਉਹਨੂੰ ਉਪਨਿਆਸ ਨਾ ਸਮਝ ਲੈਣ। ਸੋ ਉਪਨਿਆਸ ਔਰ ਕਹਾਣੀ ਦਾ ਪਹਿਲਾਂ ਤਾਂ ਅੰਤਰ ਦੱਸੋ ਜੀ। ਪਹਿਲਾਂ ਮੈਂ ਦੱਸਦੀ ਹਾਂ कि कहानी छोटी भी होंगी है, लंबी भी कहानी होंगी है। मैं एक कहानी बहुत छोटी जिन्हों माइक्रो कहानी भी होंगी है, एक छोटी कहानी मिनी कहानी भी कह सकते हैं, लेकिन कहानी जो है 5, 7, 8, 10 पेज की हो सकती, 12 पेज की भी हो सकती, 15 की भी हो सकती, पर वो मैटर डिफरेंट हो, एवं खिलारा जाना पाया हो। पर उपन्यास च कई लोग, मैं मतलब ये नहीं कहती कि मेरा उपन्यास बहुत बड़ा है या कुछ है, पर मैं ये डायमेंशनस रखे और उपन्यास बोर करने वाली कोई ऐसी चीज़ नहीं है। वैसे मोस्टली जो उपन्यास लिखे जाते हैं वो की है कि कोई अखबारों से मिल गई कतरने, या किसी कोई नॉलेज मिल गई, वो उसको सारे काट के कहानियां फिट कर 400 500 कहानियां नहीं, फिट कर अखबार से कटिंग ले लेके भी, और कहीं से उसको लेके सब कुछ एज इट इज फीड कर देते हैं, नॉलेज फीड कर देते हैं, और अपनी नॉलेज नहीं, इधर उधर से देख के नॉलेज फीड करते हैं। और उपन्यास बना दिया 400 पेज का, 500 पेज का बना लिया। पर मैं सोचती हूँ कि जितना गागर में सागर भरने वाली जो बात होती है ना, वही आपको अट्रैक्ट करेगी, और उसमें ज़्यादा खिलारा नहीं होना चाहिए, ज़्यादा मतलब एकदम से कुछ नहीं होना चाहिए। उसमें जो भी चीज़ आपने पाठक को देनी है, जो चीज़ आपने पढ़वानी है, जो चीज़ ज़िंदगी के बारे में आपने तजर्बे देने हैं, जो अपनी कल्पना देनी है, और जो भी स्टाइल जो देना, अपने स्टाइल इज़ अ मैन जैसे कहते हैं, तो अपने स्टाइल को लेके जो लेखक लिखता है, जी अपना निर्मल वर्मा है, उसका अपना स्टाइल है, आगे का अपना स्टाइल है, अपने गुरबख्श सिंह प्रीतलड़ी का अपना स्टाइल है, अमृता प्रीतम का अपना स्टाइल है, और गार्गी का अपना स्टाइल है। लेकिन गार्गी को जो मैंने देखा है, उसने अपने स्टाइल से ज़िंदगी के इस धरातल में रेड वन जैसी ज़िंदगी हो गई है मुझे लगता है। तो बहुत अच्छे जी ਤੁਸੀਂ, और ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹੈਲੋ ਕੈਨੇਡਾ ਦੇ ਵਿੱਚ ਅੱਜ ਅਸੀਂ ਗੱਲਬਾਤ ਡਾਕਟਰ ਨਿਰਮਲ ਜਸਵਾਲ ਹੋਰਾਂ ਨਾਲ ਕਰ ਰਹੇ ਹਾਂ, ਜਿਹੜੇ ਕਿ ਰੈਡ ਵਾਈਨ ਜ਼ਿੰਦਗੀ ਨਾਮ ਦਾ ਨਾਵਲ ਜਿਹੜਾ ਹਿੰਦੀ ਦੇ ਵਿੱਚ ਇਹਨਾਂ ਨੇ ਲਿਖਿਆ ਹੈ, ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰ ਸਕਦੇ ਹਾਂ ਕਿ ਸਾਡੇ ਵੱਖ-ਵੱਖ ਜਿਹੜੇ ਹੋਰ ਪਾਠਕ, ਹੋਰ ਭਾਸ਼ਾਵਾਂ ਦੇ ਪਾਠਕ ਹਨ, ਜਿਵੇਂ ਕਿ ਇਹਨਾਂ ਦੀਆਂ ਪਿਛਲੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦਿਤ ਹੋ ਕੇ ਆਈਆਂ ਹਨ। ਸੋ ਉਮੀਦ ਰੱਖਦੇ ਹਾਂ ਕਿ ਰੈਡ ਵਾਈਨ ਜ਼ਿੰਦਗੀ पंजाबी भी मैं कर ली है, नहीं हो चुकी है, ਇਹਦਾ ਰਜਿਸਟਰਡ भी हो गया सारा कुछ, अगले साल छप जाएगी। चलो पंजाबी च अगले साल खुशखबरी ਤੁਹਾਨੂੰ देंगे। और ਰੈਡ ਵਾਈਨ ਜ਼ਿੰਦਗੀ ਜਿਹੜੀ ਹੈ ਇਹ ਜੀਵਨ ਜਿਹੜਾ ਹੈ ਸਾਡਾ ਮਨੁੱਖੀ ਜੀਵਨ, ਉਸ ਦੇ ਨਾਲ ਸੰਬੰਧਿਤ ਜਿਹੜੇ ਸਾਡੇ ਸਰੋਕਾਰ ਨੇ, ਜਾਂ ਜਿਹੜੇ ਸਾਡੇ ਕਾਰੋ ਵਿਹਾਰ ਨੇ, ਜਾਂ ਜ਼ਿੰਦਗੀ ਕਿਵੇਂ ਅਸੀਂ ਗੁਜ਼ਾਰੀ ਹੈ, ਜਿਵੇਂ ਇਹਨਾਂ ਨੇ ਇੱਕ ਥੋੜਾ ਜਿਹਾ ਇੱਕ ਜਿਹੜਾ ਉਦਾਹਰਨ ਦਿੱਤਾ ਜਾਂ ਇੱਕ ਇਸ਼ਾਰਾ ਕੀਤਾ ਕਿ ਕਰੋਨਾ ਕਾਲ, ਕੋਵਿਡ ਦਾ ਜਿਹੜਾ ਟਾਈਮ ਸੀ ਪਿਛਲੇ 2-2.5 ਸਾਲ ਦਾ ਸਮਾਂ, ਉਸ ਸਮੇਂ ਦੇ ਦੌਰਾਨ ਕੀ ਕੁਝ ਵਾਪਰਿਆ। ਸੋ ਇਹਨੂੰ ਜਦੋਂ ਆਪਾਂ ਇਹਨੂੰ ਪੜ੍ਹਦੇ ਹਾਂ ਜੀ, ਆਪਾਂ ਇਸ ਦੇ ਬਾਰੇ ਹੋਰ ਵਿਸਤਾਰ ਦੇ ਵਿੱਚ ਅਸੀਂ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ, ਲੇਕਿਨ ਮੈਂ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਜਿਹੜੀ ਰੈਡ ਵਾਈਨ ਜ਼ਿੰਦਗੀ ਹੈ ਜੀ, ਇਹਦੇ ਵਿੱਚ
ਅਖੀਰ ਦੇ ਵਿੱਚ ਜਦੋਂ ਤੁਸੀਂ ਥੋੜਾ ਜਿਹਾ ਦੱਸ ਦਿੱਤਾ ਕਿ ਇਦਾਂ ਦਾ ਹੋ ਗਿਆ, ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੀ ਕਰੈਕਟਰਾਈਜੇਸ਼ਨ ਕਿ ਨੋਵਲ ਦੇ ਵਿੱਚ ਕਰੈਕਟਰ ਦੀ ਅਹਿਮੀਅਤ ਜਿਹੜੀ ਹੈ ਜਾਂ ਕਿਸੇ ਖਾਸ ਖਿੱਤੇ ਜਾਂ ਕਿਸੇ ਖਾਸ ਵਿਸ਼ੇ ਜਾਂ ਪ੍ਰੋਬਲਮ ਜਾਂ ਮੁਸ਼ਕਲ ਦੇ ਨਾਲ ਸੰਬੰਧਿਤ ਕਿਸੇ ਕਰੈਕਟਰ ਦਾ ਵੀ ਤੁਸੀਂ ਉਭਾਰ ਕੀਤਾ। ਇਹ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੇ ਅਸੀਂ ਆਪਣੇ ਦਰਸ਼ਕਾਂ ਤੋਂ ਨੂੰ ਕਹਾਂਗੇ ਕਿ ਵੇਖਦੇ ਰਹੋ ਹੈਲੋ ਕੈਨੇਡਾ, ਤੇ ਵਾਪਸ ਆਉਣੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ। ਅੱਜ ਦੀ ਗੱਲਬਾਤ ਰੈੱਡ ਵਾਈਨ ਜ਼ਿੰਦਗੀ ਦੀ ਲੇਖਿਕਾ ਡਾਕਟਰ ਨਿਰਮਲ ਜਸਵਾਲ ਹੋਰਾਂ ਦੇ ਨਾਲ ਅਸੀਂ ਕਰ ਰਹੇ ਹਾਂ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਅਸੀਂ ਰੈੱਡ ਵਾਈਨ ਜ਼ਿੰਦਗੀ ਦੇ ਟਾਈਟਲ ਦੀ ਗੱਲ ਔਰ ਇਸ ਨੂੰ ਲਿਖਣ ਦੀ ਜਿਹੜੀ ਹੈ ਗੱਲ ਔਰ ਲਿਖਣ ਦੀ ਕਿਉਂ ਲਿਖਣ ਦੀ ਲੋੜ ਪਈ ਉਹ ਗੱਲ, ਕਿਉਂਕਿ ਡਾਕਟਰ ਨਿਰਮਲ ਜਸਵਾਲ ਜਿਹੜੇ ਹਨ ਜੀ ਉਹ ਵੱਖ-ਵੱਖ ਵਿਧਾਵਾਂ ਦੇ ਵਿੱਚ ਜਿੱਥੇ ਪਿਛਲੇ ਬੜੇ ਲੰਮੇ ਸਮੇਂ ਤੋਂ ਬੜੀ ਮਕਬੂਲੀਅਤ ਦੇ ਨਾਲ ਲਿਖਦੇ ਆ ਰਹੇ ਨੇ, ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਇਹਨਾਂ ਦੀ ਇੱਕ ਕਿਤਾਬ ਜਿਹੜੀ ਹੈ ਬਲੂ ਆਈਡ ਓਸ਼ਨ, ਉਹ ਵੀ ਟਰਾਂਸਲੇਟਡ ਵਰਜ਼ਨ ਆਫ ਸਮੁੰਦਰ ਨੀਲੀ ਆਂਖੋਂ ਕਾ ਆਈ ਹੈ। ਸੋ ਰੈੱਡ ਵਾਈਨ ਜ਼ਿੰਦਗੀ, ਸਾਡੇ ਜਿਹੜੇ ਦਰਸ਼ਕ ਬ੍ਰੇਕ ਤੋਂ ਬਾਅਦ ਜੁੜੇ ਹਨ ਉਹਨਾਂ ਨੂੰ ਦੱਸਦੇ ਕਿ ਰੈੱਡ ਵਾਈਨ ਜ਼ਿੰਦਗੀ, ਭਾਵੇਂ ਕਿ ਰੈੱਡ ਵਾਈਨ ਤਾਂ ਸਾਨੂੰ ਸਮਝ ਲੱਗਦੀ ਹੈ, ਪਰ ਇਹਦਾ ਜ਼ਿੰਦਗੀ ਦੇ ਵਿੱਚ ਕੀ ਇਹਦਾ ਨਾਲ ਨਾਤਾ ਹੈ, ਇਹ ਤੁਸੀਂ ਪਹਿਲਾ ਹਿੱਸਾ ਜਿਹੜਾ ਜੀ ਜੇ ਨਹੀਂ ਵੇਖਿਆ ਤਾਂ ਤੁਸੀਂ ਬਾਅਦ 'ਚ ਵੇਖ ਲੈਣਾ। ਸੋ ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਕਰੈਕਟਰਾਈਜੇਸ਼ਨ ਦੀ ਗੱਲ ਤੇ ਜਿਹੜੀ ਸਟੋਰੀ ਲਾਈਨ ਦੀ ਗੱਲ, ਅਸੀਂ ਇਹ ਤਾਂ ਨਹੀਂ ਕਹਾਂਗੇ ਸਾਰੀ ਸਟੋਰੀ ਦੱਸ ਦਿਓ। ਨਹੀਂ, ਮੈਂ ਜਿਸ ਤਰ੍ਹਾਂ ਵੀ ਹੈ ਪਲੀਜ਼ ਮਿਸਟਰ ਡਾਕਟਰ, ਐਕਚੁਅਲੀ ਇਹ ਕਿਤਾਬ ਦੀ ਜਿਹੜੀ ਲਿਖਣ ਦੀ ਮੈਨੂੰ ਪ੍ਰੇਰਨਾ ਮਿਲੀ ਹੈ ਜਿਹੜੇ 1990 ਵਿੱਚ ਜਿਹੜੇ ਵਿਸਥਾਪਿਤ ਹੋਏ ਕਸ਼ਮੀਰੀ। मेरे एक फ्रेंड है, सर्कल है मेरा कश्मीर है नाल, क्योंकि कश्मीर से मैं बहुत रही हाँ और मेरे फ्रेंड्स भी कश्मीरी हैं, हिंदू मुस्लिम ये नहीं मैं कहूँगी, मतलब ह्यूमन बीइंग के तौर पर कश्मीरी, ना हिंदू ना मुस्लिम, पर मुस्लिम क्योंकि उन्होंने धर्म सी करते से तो मैं उन्होंने भी शामिल रही हाँ हिंदू में। पर उन्होंने जो विस्थापित होए लोग 1990 च कश्मीरी जोड़े पंडित है, उस तो उन्होंने दुख नहीं मेरे को दिखा गया, क्योंकि ये जोड़े इस में लिता है कि विस्थापित हो गए, परिवार चला गया, कैंप चला गया और ऐदा दी बुरी हालत देखिया। फिर मैं देखा हुणे पिछे जिहड़ी कश्मीर फाइल्स आई सी मूवी आई सी, तब मैं उस तो ज़्यादा प्रेरित नहीं हुई, ना मैनू बहुत ही ठीक लगे, जो ये बहुत ही वधिया नहीं लगे। लिखा जा चुका है तुहाडा? नहीं, मेरा तो लिखा जा चुका है, मेरा तो बहुत पहला, मतलब 2014 तो मैं शुरू करके 6-7 साल च बीच मेरा पूरा हो गया सीगा। पर जो बाद देखा मैं कहा ठीक है, उन्होंने अपना पैटर्न है ना, उन्होंने सनसनी फैलाने वाला है, पर ये जिहड़ा मैं उन्होंने दुख दर्द देखे। मैं कहनी कि ਜਿਹੜੇ ਨੌਜਵਾਨ ਨੇ ਉਹਨਾਂ ਦਾ ਕੀ ਕਸੂਰ ਹੈ? ਜਿਹੜੇ ਨੌਜਵਾਨ ਹੈ ਉਹਨਾਂ ਦਾ ਸਾਰੀ ਜ਼ਿੰਦਗੀ ਚੇਂਜ ਹੋ ਗਈ, ਉਹਨਾਂ ਦਾ ਪਿਆਰ ਮੁਹੱਬਤ ਦਾ ਸਟਾਈਲ ਹੀ ਚੇਂਜ ਹੋ ਗਿਆ। ਤੇ ਮੈਨੂੰ ਇੱਕ ਪਿੱਛੇ ਡਾਕਟਰ ਰਾਕੇਸ਼ ਕੁਮਾਰ ਨੇ ਲੁਧਿਆਣਾ ਦੇ ਪ੍ਰੋਫੈਸਰ ਸਾਹਿਬ, ਉਹ ਕਹਿੰਦੇ ਜੀ ਆਪਕੋ ਤਾਂ ਨਾ प्रवासी जो है लाइफ है आपकी। मैं कहा प्रवासी लाइफ कैसे? कहते इसमें सारा अपने विस्थापित और प्रवासी लिटरेचर दिया इसमें। मैं कहा प्रवासी का, क्योंकि मैंने इसमें जो लिखा है, एक तो कनाडा की लाइफ भी लिखी है, वैंकूवर की लाइफ भी लिखी है, स्टूडेंट जो हैं वो कैसे मतलब दुख दर्द खुशियाँ प्राप्त करते हैं, उनका सारा लिखा है। और कैसे कैसे लोग, बच्चे जो आते हैं, स्टूडेंट जाते हैं, इंटरनेशनल स्टूडेंट, इंटरनेशनल जो अपने, वो कैसे यहाँ पर पक्के होने के लिए या पढ़ाई करने के लिए कैसे उनको कहाँ कहाँ से किस किस दौर से गुजरना पड़ता है वो। और एक स्त्री की अस्मिता, एक स्त्री ने कैसे स्ट्रगल करके, कैसे अपना प्रयत्न करके ज़िंदगी जी है, और कैसे इससे इस सामाजिक जो सरोकार से समाज के इस जो भी मुद्दे हैं, जो भी अपना एक आवरण सा चढ़ाया हुआ हमारे समाज में, उसे कैसे फाइट करके अपने हकों की मांग की है, और कैसे उसने मतलब इतना परिश्रम करके उसको मिलता क्या है, फिर आखिर में जब उसको सुख मिलता भी है तो सुख में कैसे दुख आ जाता है संसार का। तो एक सिर्फ एक कहानी नहीं है इसमें, ये सारे सामाजिक आर्थिक राजनीतिक मुद्दे भी इसमें एक तरह से जुड़ते जाते हैं। मैंने कोई कॉन्शियस होकर नहीं लिखा कि हाँ भी ये मुद्दे लिखने हैं या ये लिखना ना, जो ऑटोमेटिक अपने आप आ गया तो आ गया। क्योंकि कहानी या उपन्यास जो आप सोच समझ के लिखोगे, कई कहते हैं कि हमने पॉइंट्स लेके जो लिखे, पॉइंट्स नो डाउट कि मैंने भी लिखे थे, लेकिन कैसे वो पॉइंट कैसे डेवलप होते गए हैं ये तो लेखक देखता है, और जो क्रिएटिविटी इसी को कहते हैं। कहानी में भी मैं पॉइंट्स कभी नहीं देखती, मैं कहानी को तो कई बार भी चेंज करती हूँ, लेकिन एक थॉरोली चलती जाती है, मुद्दा होता है, एक उद्देश्य होता है, उसको लेकर जरूर चलती हूँ। लेकिन इसको मैंने कोई उद्देश्य लेके नहीं लिखा, जो जैसे आया वैसे ही लिखा है। लेकिन कोरोना ने
मेरे रोंगटे खड़े कर दिए, सभी संसार में इतना कहर कर दिया। तो ये बेचारे कश्मीरियों की तो लाइफ ही विस्थापित होकर जैसे गए हैं, लेकिन जब ये कोरोना चला गया तो उन पर भी मार पड़ी है। उनको संसार में जो दुख दर्द है एक तरफ से नहीं आता, चारों तरफ से आता है। आपने देखा आजकल क्या संसार में चल रहा है, अमेरिका को छोड़ो, जे अपने यूरोप के इलाकों में क्या कुछ चल रहा है। तो हम उसकी बात नहीं मैं करनी, अपने नॉवल की ही बात करती हूँ। लेकिन इसमें जो गांदरबल की कहानी है या कश्मीर के एक श्रीनगर के गांव की कहानी है, जहाँ पर मैं खुद रह के आई हूँ, जहाँ का पैटर्न देखा है और उनके खाने के लजीज खाने कि मैं क्या स्वाद ले लेके मैंने इसमें लिखा हुआ है। और जो कश्मीरी भाई जो मेरे पढ़ेंगे जितने भी है अपने, वो लुत्फ उठाएंगे कि हाँ भी मैंने उनकी बात की। लेकिन उसमें वैंकूवर की जो बात आती है, उसमें कैसे एक औरत अपने धर्म के बलबूते पर, धर्म बदलती नहीं है लेकिन उसका चाहे जिससे मर्जी अफेयर हो जाए, वो कहती मैं अपना धर्म निभाऊंगी, तुम अपना धर्म, हम पति पत्नी हो सकते हैं, हम फ्रेंड हो सकते हैं, लेकिन इसमें कोई अटैक नहीं है। हाँ, मन की मर्जी है, जैसी मर्जी बदल दें। तो ऐसे काफ़ी कुछ है इसमें मुद्दा। मेरे व्यूअर्स जो पढ़ेंगे, मेरे जो प्रशंसक कह लो, जब प्रशंसक है कोई तो पढ़ेंगे तो उनको अच्छा लगेगा कि ये डिफरेंट समय बिल्कुल लेके आई हूँ। इसमें सब्जेक्ट जो है टोटल फ्रेश सब्जेक्ट है और फ्रेश न्यू सब्जेक्ट है। हाँ, और मोरोवर ये सिर्फ जो उपन्यास पढ़ता है या बड़े लोगों के लिए नहीं है, इसमें यूथ के लिए भी बहुत ज़रूरी चीज़ें हैं, क्योंकि वो पढ़ते हैं यूथ कैसे प्रेम के पैटर्न ही चेंज कर दिए इस माहौल ने, हमारे प्रेम के मायने ही बदल दिए हैं। तो इस मायने बदल के जो देखो, एक युवा है जब उसके पास जॉब नहीं है, उसके पास कुछ भी नहीं है, ना कमा सकता ना कर, एक मजदूर की तरह कमाएगा, कितने खा लेगा। जब दोनों, क्योंकि जो मोहब्बत है, मोहब्बत के बिना ज़िंदगी नहीं है। मोहब्बत के लिए बैठते हैं जब, तो ना लड़की के पास पैसे हैं चाय पीने के लिए, ना लड़के के पास पैसे चाय पीने के लिए, तो कमाई नहीं है, क्या करेंगे। खाली पेट तो मोहब्बत भी नहीं होती, खाली पेट कुछ भी नहीं होता। सबसे पहले पेट ना पईया रोटियां सबे गल्लां खोटियां जो हमारे हम ਦੱਸਦੇ ਕਿ ਜਿਹੜਾ ਨਾਵਲ ਹੈ ਜੀ, ਸਿਰਫ ਤੇ ਸਿਰਫ ਇਹ ਨਾ ਸੋਚ ਲਿਓ ਕਿ ਅਸੀਂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਤਾਂ ਕਸ਼ਮੀਰੀ ਉਹਨਾਂ ਦੀਆਂ ਸਮੱਸਿਆਵਾਂ ਨਾਲ ਹੀ ਸੰਬੰਧਿਤ ਹੈ। ਇਹ ਕਸ਼ਮੀਰ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਭੋਪਾਲ ਆਦਿ ਜਿਹੜੇ ਮੁਲਕ ਦੇ ਉੱਥੋਂ ਦੇ ਲੋਕ ਹਨ, ਅਤੇ ਉਸ ਤੋਂ ਬਾਅਦ ਫਿਰ ਉਹ ਕਿਵੇਂ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ, ਜਿਵੇਂ ਅਸੀਂ ਵੈਨਕੂਵਰ, ਜੈਸਪਰ ਔਰ ਐਡਮਿੰਟਨ ਸ਼ਹਿਰਾਂ ਦਾ ਜ਼ਿਕਰ ਕੀਤਾ, ਸੋ ਉਹਨਾਂ ਦਾ ਵੀ ਜ਼ਿਕਰ ਹੈ। ਸੋ ਤੁਸੀਂ ਕੈਨੇਡਾ ਚੋਂ, ਭਾਵੇਂ ਹਿੰਦੁਸਤਾਨ 'ਚ, ਇੰਡੀਆ 'ਚੋਂ, ਤੁਹਾਨੂੰ ਤੁਹਾਡੇ ਇਲਾਕੇ, ਤੁਹਾਡੇ ਸ਼ਹਿਰ, ਤੁਹਾਡੇ ਨੇੜੇ ਤੇੜੇ ਦੀ ਗੱਲਬਾਤ ਜਿਹੜੀ ਹੈ ਉਸ ਦੇ ਵਿੱਚ ਹੁੰਦੀ ਆਭਾਸ ਹੋਏਗੀ, ਮਹਿਸੂਸ ਹੋਏਗੀ। ਸੋ ਪ੍ਰਸ਼ਟ ਭੂਮੀ ਕੀ ਹੈ, ਕਿੱਥੋਂ ਸਟੋਰੀ ਚੱਲਦੀ ਹੈ, ਕਿੱਥੋਂ ਇਹ ਨਾਵਲ ਸ਼ੁਰੂ ਹੁੰਦਾ ਹੈ, ਇਹ ਸਾਰਾ ਕੁਝ ਤੁਸੀਂ ਵੇਖਣ ਦੇ ਲਈ ਔਰ ਪੜ੍ਹਨ ਦੇ ਲਈ ਤੁਸੀਂ ਰੈੱਡ ਵਾਈਨ ਜ਼ਿੰਦਗੀ ਜਿਹੜੀ ਹੈ ਇਹ ਐਮਾਜ਼ੋਨ ਦੇ ਉੱਤੇ ਵੀ ਅਵੇਲੇਬਲ ਹੈ ਔਰ ਹੋਰ ਕਿੱਥੋਂ ਅਵੇਲੇਬਲ? ਐਮਾਜ਼ੋਨ ਤੇ ਹੈ। ਜਿਹੜਾ ਐਮਾਜ਼ੋਨ ਤੇ ਹੁਣੇ ਸ਼ਾਇਦ ਇੱਧਰ ਟੋਰਾਂਟੋ ਵਗੈਰਾ ਜਾਂ ਇੱਦਾਂ ਨਹੀਂ ਆਈ ਹੋਈ ਹੈ, ਪਰ ਇੰਡੀਆ 'ਚ ਮਿਲਦੀ ਹੈ। ਆਧਾਰ ਪ੍ਰਕਾਸ਼ਨ ਵੱਲੋਂ ਮਿਲਦੀ ਹੈ, ਕੋਈ ਖਾਸ ਮੁੱਲ ਵੀ ਨਹੀਂ ਰੱਖਿਆ, 300 ਰੁਪਏ ਹੈ, ਪਰ ਉਹ ਕੰਸੈਸ਼ਨ ਤੇ ਵੀ ਦੇਣਾ 240 ਰੁਪਏ ਦੀ ਦਿੰਦੇ ਆ। ਇਹ ਸਿਰਫ 15 ਪਰ ਜੇ ਇੰਡੀਆ 'ਚ। ਹਾਂਜੀ, ਪਰ ਜੇਕਰ ਸਾਡੇ ਦਰਸ਼ਕਾਂ ਨੇ ਕੈਨੇਡਾ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾਉਣੀ ਹੋਵੇ, ਇਹਨਾਂ ਦੇ ਕੋਲੋਂ ਤੁਸੀਂ ਮੰਗਵਾ ਸਕਦੇ ਹੋ। ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂਗਾ ਕਿ ਤੁਸੀਂ ਨੰਬਰ ਡਾਕਟਰ ਮੇਰਾ ਨੰਬਰ ਜਿਹੜਾ ਹੈ ਜੀ ਉਹ ਸਕਰੀਨ ਦੇ ਉੱਤੇ ਅਸੀਂ ਦਿਖਾ ਰਹੇ ਹਾਂ, ਤੁਸੀਂ ਇਹ ਨੰਬਰ ਨੋਟ ਕਰ ਲਵੋ। 416 839 38 74 ਇਹਨਾਂ ਦਾ ਫੋਨ ਨੰਬਰ ਹੈ, 4168393874। ਜਾਂ ਤੁਸੀਂ ਸਾਡੇ ਸਟੂਡੀਓ ਜੇ ਨਾ ਇਹਨਾਂ ਦਾ ਨੰਬਰ ਸੰਪਰਕ ਹੋ ਸਕਿਆ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਤੇ ਅਸੀਂ ਤੁਹਾਡੀ ਜਿਹੜੀ ਪੁਸਤਕ ਹੈ ਤੁਹਾਡੇ ਘਰੇ ਇਹ ਡਾਕ ਰਾਹੀਂ ਵੀ ਕੈਨੇਡਾ, ਅਮਰੀਕਾ ਕਿਤੇ ਵੀ ਪੁੱਜਦੀ ਕਰਵਾ ਦੇਵਾਂਗੇ। ਸੋ ਇਹ ਤਾਂ ਹੋ ਗਈ ਜੀ, ਜਿਹੜਾ ਹੈ ਜੀ ਆਪਾਂ ਥੋੜੀ ਜਿਹੀ ਆਪਾਂ ਵੇਚਣ ਦਾ ਵੀ ਇੰਤਜ਼ਾਮ ਕਰ ਲਿਆ, ਕਿਉਂਕਿ ਪਾਠਕ ਦਾ ਜਿਹੜਾ ਹੈ ਜੀ, ਜੇਕਰ ਸਾਡਾ ਆਪਣਾ ਪੈਟਰਨ ਬਣ ਜਾਵੇ ਜਾਂ ਪਾਠਕ ਸਾਡਾ ਜਿਹੜਾ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਸਪੋਰਟਰ ਬਣ ਜਾਵੇ ਕਿਸੇ ਲੇਖਕ ਦਾ, ਤੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਔਰ ਇਹ ਜਿਹੜੇ ਨਾਵਲ ਕਿਤਾਬਾਂ ਮੈਡਮ ਮੇਰੇ ਖਿਆਲ 'ਚ ਉਹ ਪਾਠਕਾਂ ਲਈ ਲਿਖੀਆਂ ਜਾਂਦੀਆਂ ਨੇ। ਨਾਲੇ ਮੋਰਓਵਰ ਜਿਹੜੀ ਕਿਤਾਬ ਹੈ ਨਾ, ਜੋ ਤੁਸੀਂ ਖਰੀਦ ਕੇ ਭਾਵੇਂ ਕੰਸੈਸ਼ਨ 'ਤੇ ਦਿਓ, ਖਰੀਦ ਕੇ ਪੜ੍ਹਨ ਦਾ ਮਜ਼ਾ ਨਾ ਉਹ ਮੁਫਤ ਨਹੀਂ ਕਰੇ। ਸਾਡੇ ਪੰਜਾਬੀ ਥੋੜ੍ਹਾ ਜਿਹਾ ਹੁਣ ਰੁਝਾਨ ਪਹਿਲਾਂ ਵਧ ਰਿਹਾ ਸੀ, ਨਹੀਂ ਹੁਣ ਇਹ ਖਰੀਦਣ ਦਾ ਰੁਝਾਨ। ਹਿੰਦੀ ਵਾਲੇ ਤਾਂ ਖਰੀਦਦੇ ਹੀ ਹੈ, ਅੰਗਰੇਜ਼ੀ ਵਾਲੇ ਵੀ ਖਰੀਦੇ, ਪੰਜਾਬੀ 'ਚ ਹੁਣ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਵਾਲੇ ਵੀ ਹੁਣ ਫ੍ਰੀ ਨਹੀਂ ਲੈਂਦੇ। ਉਹ ਫ੍ਰੀ ਤਾਂ ਤੁਸੀਂ ਘਰ ਸੁੱਟ ਦੋਗੇ, ਪਰ ਜੇ ਤੁਸੀਂ $1 ਵੀ ਖਰਚਿਆ ਨਾ, ਤੁਸੀਂ ਕਹੋਗੇ ਨਹੀਂ, ਇਟ ਮਸਟ ਬੀ ਯੂਜ਼ਫੁਲ। ਤੇ ਯੂਜ਼ਫੁਲ ਹੀ ਹੁੰਦੀ ਕਿਤਾਬਾਂ ਤਾਂ ਜ਼ਿੰਦਗੀ ਦਿੰਦੀਆਂ। ਜ਼ਿੰਦਗੀ ਚਲਦੀ ਕਿਤਾਬਾਂ ਨਾਲ ਹੈ। ਜਿਸ ਦੇ ਘਰ 'ਚ ਪੜ੍ਹਿਆ ਲਿਖਿਆ ਕੋਈ ਨਹੀਂ ਹੈ, ਜਿਸ ਦੇ ਘਰ 'ਚ ਕਹਾਣੀ ਕਵਿਤਾ ਕੋਈ ਨਹੀਂ ਪੜ੍ਹਦਾ, ਉਹ ਘਰ ਅਨਪੜ੍ਹ ਵਰਗਾ ਹੁੰਦਾ। ਸਿਰਫ ਇਹ ਨਹੀਂ ਹੈ ਕਿ ਅਸੀਂ ਲਿਪੀ ਪੜ੍ਹਨੀ ਆ, ਉਸ 'ਚ ਵਿਚਾਰ ਵੀ ਹੈ, ਉਸ 'ਚ ਸੋਚ ਵੀ ਹੈ, ਉਸ 'ਚ ਸਾਰੇ ਸੰਸਾਰ ਦੀ ਨੌਲੇਜ ਵੀ ਹੈ। ਇਹ ਸੰਸਾਰ ਨੂੰ ਦੇਖਣ ਦਾ ਇੱਕ ਜ਼ਰੀਆ ਵੀ ਕਿਤਾਬਾਂ ਰਹੀਆਂ, ਜਿੱਦਾਂ ਪੇਂਟਰ, ਆਰਟਿਸਟ। ਬਿਲਕੁਲ, ਗੱਲਾਂ ਕਰਨ ਕਿਤਾਬਾਂ ਜੀਵਨ ਜਾਚਦੀਆਂ, ਹੈ ਨਾ ਜੀ। ਜੀਵਨ ਦੇ ਹਰ ਪਹਿਲੂ ਨੂੰ ਇਹ ਵਾਚਦੀਆਂ, ਵਿੱਚ ਕਿਤਾਬਾਂ ਜ਼ਿਕਰ
ਪਰੀਆਂ ਝਰਨਿਆਂ ਦੇ ਆਉਂਦੇ ਨੇ, ਹੈ ਨਾ ਜੀ। ਉਹ ਇੱਕ ਗੀਤ ਨੁਮਾ ਕਵਿਤਾ ਹੈ ਜਿਹੜੀ ਕਿ ਬੜਾ ਚਿਰ ਪਹਿਲਾਂ ਮੈਂ ਕਿਤੇ ਲਿਖੀ ਸੀ, ਸੋ ਇਹ ਸ਼ਾਇਦ ਕਦੇ ਤੁਹਾਡੀ ਕਵਿਤਾਵਾਂ ਬਹੁਤ ਅੱਛੀਆਂ ਹੈਗੀਆਂ, ਅਗਲੇ ਸਮੇਂ 'ਚ ਸਾਂਝੀ ਕਰਾਂਗੇ। ਸੋ ਕਿਤਾਬਾਂ ਜਿਹੜੀਆਂ ਸਾਡੇ ਜੀਵਨ ਦਾ ਹਿੱਸਾ ਬਣ, ਸਾਡੇ ਮੇਜ਼ ਦਾ ਸ਼ਿੰਗਾਰ ਬਣ, ਸਾਡੇ ਘਰਾਂ ਦੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ, ਇਹ ਬਹੁਤ ਅੱਛੀ ਗੱਲ ਕੀਤੀ ਹੈ। ਸੋ ਮੇਰੇ ਖਿਆਲ 'ਚ ਨਾ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਕਿ ਅਖੀਰ ਦੇ ਵਿੱਚ ਤੁਸੀਂ ਕੋਈ ਹੋਰ ਗੱਲ ਆਖਣੀ ਚਾਹੋ ਰੈੱਡ ਵਾਈਨ ਜ਼ਿੰਦਗੀ ਦਾ ਜਿਹੜਾ ਪੁਸਤਕ ਵਿਮੋਚਨ ਜਾਂ ਪੁਸਤਕ, ਇਹ ਕਹਿ ਲਓ ਕਿ ਨਾਵਲ ਦੀ ਇਨੋਗ੍ਰੇਸ਼ਨ ਤੁਸੀਂ ਪਿਛਲੇ ਦਿਨੀ ਚੰਡੀਗੜ੍ਹ 'ਚ ਕੀਤੀ ਹੈ, ਉਹਦੇ ਬਾਰੇ ਥੋੜਾ ਮੈਂ ਨਾ 2 ਮਿੰਟ ਦੱਸਦੀ ਹਾਂ, ਕਿਉਂਕਿ ਮੈਂ ਚਾਹ ਰਹੀ ਸੀ ਕਿ ਇਨੋਗ੍ਰੇਸ਼ਨ ਜਿਹੜੇ ਬੜੇ ਅੱਛੇ ਲਾਰਜ ਸਕੇਲ ਤੇ ਚੱਲੇ। ਸਾਡੀ ਕਿਤਾਬਾਂ ਨਾ 10-15 ਜਾਂ 35-40 ਬੰਦੇ ਬੈਠ ਕੇ, ਉਹ ਵੀ ਠੀਕ ਹੈ, ਵਿਚਾਰ ਕਰਨ ਲਈ ਤਾਂ ਠੀਕ ਹੈ, ਪਰ ਜਦੋਂ ਤੁਸੀਂ ਇਹਨੂੰ ਰਿਲੀਜ਼ ਕਰਨੀ ਹੈ, ਇਹਨੂੰ ਜਦੋਂ ਤੁਸੀਂ ਆਪਣਾ ਮਤਲਬ ਲੋਕਾਂ ਸਾਹਮਣੇ ਲਿਆਣਾ, ਤੇ ਮੈਨੂੰ ਲੱਗਦਾ ਕਿ ਕਿਤਾਬ ਹੀ ਹੋਣੀ ਚਾਹੀਦੀ ਹੈ। ਵਿਚਾਰ ਲਈ ਥੋੜੇ ਬੰਦੇ ਠੀਕ ਰਹਿੰਦੇ ਆ, ਜੇ ਚਿੰਤਕ ਜਾਂ ਜਿਹੜੇ ਮਤਲਬ ਗੱਲ ਕਰਦੇ ਆਲੋਚਕ ਹੋਣ ਤਾਂ। ਪਰ ਇਹ ਮੈਂ ਨਾ ਚੰਡੀਗੜ੍ਹ ਕੀਤਾ ਸੀ, ਤੇ ਜਿਹਦੇ 'ਚ ਪ੍ਰਧਾਨਗੀ ਤਾਂ ਸੁਰਜੀਤ ਪਾਤਰ ਜੀ ਨੇ ਕੀਤੀ, ਤੇ ਬੜੇ ਅੱਛੇ ਲੋਕ ਸੀ, ਤੇ ਹੈਰਾਨ ਹੋ ਗਏ। ਮੈਂ 100 ਬੰਦਾ ਸੱਦਿਆ ਸੀਗਾ, ਤੇ ਵਿਲ ਯੂ ਇਮੇਜਿਨ ਕਿ ਮੇਰਾ ਮਤਲਬ ਮੈਨੂੰ ਲੱਗਦਾ ਕਿ ਮੈਂ ਬੜੇ ਪਿਆਰ ਮੁਹੱਬਤ ਵਾਲੇ ਲੋਕ ਨੇ, ਕਿ ਮੇਰੇ ਕੋਲ ਵੀ ਸੱਦੇ ਤੇ 150 ਬੰਦਾ ਆਇਆ। ਬਹੁਤ ਅੱਛਾ, ਔਰ ਸਾਰੇ ਹੀ ਨਾਮਵਰ ਬੰਦੇ ਜੀ, ਨਾਮਵਰ ਬੰਦੇ। ਕੋਈ ਆਰਟਿਸਟ ਹੈ, ਕੋਈ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਰਾਈਟਰ ਨੇ, ਕੋਈ ਪੱਤਰਕਾਰ ਨੇ, ਕੋਈ ਵਕੀਲ ਨੇ, ਔਰ ਸਾਰੇ ਰਾਈਟਰ, ਅੱਛੇ ਨਾਮਵਰ ਰਾਈਟਰ। ਆਪਣੇ ਲਖਵਿੰਦਰ ਸਿੰਘ ਜੌਲ ਸੀਗੇ, ਰਾਕੇਸ਼ ਜੀ ਸੀਗੇ, ਆਪਣੇ ਦੇਸ਼ ਨਿਰਮੋਈ ਜੀ ਸੀਗੇ, ਤੇ ਹੋਰ ਅੱਛਾ ਇਹ ਗੱਲ ਹੋ ਰਿਹਾ ਕਿ ਮੇਰੇ ਜਿਹੜੇ ਕਲਾਸ ਫੈਲੋ ਸੀਗੇ, ਉਹ ਵੀ ਕੋਈ ਹੁਸ਼ਿਆਰਪੁਰ ਤੋਂ, ਕੋਈ ਜਲੰਧਰ ਤੋਂ, ਕੋਈ ਕਿਤੋਂ ਆਏ। ਤੇ ਇੱਕ ਮੈਂ ਗਵਰਨਮੈਂਟ ਕਾਲਜ ਲੁਧਿਆਣਾ ਬॉयਜ਼ ਦੀ ਪੜ੍ਹੀ ਹੋਈ ਆ, ਉੱਥੇ ਐਲੂਮਨਾਈਜ਼ ਦੇ ਬੰਦੇ ਵੀ ਆਏ ਜਿਹੜੇ ਕਿ ਮਤਲਬ ਬਜ਼ੁਰਗ ਹੋ ਚੁੱਕੇ ਸੀਗੇ, ਪਰ ਉਹ ਸਾਰੇ ਹੱਸ ਰਹੇ ਸੀ ਕਿ ਨਿਰਮਲ ਸਟੱਡਿੰਗ she studied there, ਇਹ ਦੇਖੋ ਸਾਰੇ ਬੰਦੇ ਆ ਰਹੇ ਹੈ। ਮੈਂ ਕਿਹਾ ਜਿਹੜੀ ਮੈਨ ਪਾਵਰ ਹੈ ਨਾ, ਉਹ ਸਿਰਫ ਔਰਤ ਦੇਖ ਕੇ ਨਹੀਂ ਜਾਂਚਣੀ ਚਾਹੀਦੀ, ਔਰਤ 'ਚ ਵੀ ਸ਼ਕਤੀ ਹੁੰਦੀ ਹੈ, ਔਰ ਸ਼ਕਤੀ ਤਾਂ ਮਤਲਬ ਜਦ ਨਾਰੀ ਸ਼ਕਤੀ ਦਾ ਅਭਿਮਾਨ ਵੀ ਹੈ, ਤੇ ਪਰ ਹੈ ਕਿ ਪੁਰਸ਼ ਨਾਲ ਬਿਲਕੁਲ ਔਰਤ ਵੱਖਰੀ ਨਹੀਂ ਹੈ। ਇਹ ਸਾਰਾ ਸ਼ਿਵ ਦਾ ਰੂਪ, ਪਾਰਵਤੀ ਦਾ ਰੂਪ ਲੈ ਕੇ ਚੱਲਣਾ ਚਾਹੀਦਾ, ਜਿਹੜੇ ਕਿ ਸੰਸਾਰ ਦੀ ਗਤੀਮਾਨ ਰੱਖਦੀ। ਬਹੁਤ ਅੱਛੇ ਜੀ। ਸੋ ਰੈੱਡ ਵਾਈਨ ਜ਼ਿੰਦਗੀ ਦੀ ਕਿਤਾਬ ਤੁਸੀਂ Amazon ਔਰ ਜਿਹੜੇ ਨੰਬਰ ਤੁਹਾਨੂੰ ਦੱਸੇ ਗਏ ਸੀ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਮੰਗਵਾ ਸਕਦੇ ਹੋ। ਸੋ ਤੁਹਾਡਾ ਅੱਜ ਸਟੂਡੀਓ ਦੇ ਵਿੱਚ ਆਉਣ ਦੇ ਲਈ ਔਰ ਰੈੱਡ ਵਾਈਨ ਦੇ ਨਾਲ ਜਾਣ ਪਹਿਚਾਣ ਸਾਡੇ ਦਰਸ਼ਕਾਂ ਦੇ ਨਾਲ ਕਰਵਾਉਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਰੈੱਡ ਵਾਈਨ ਪੀਣਾ ਤੇ ਜੀਣਾ ਤੇ ਸੋਚਣਾ। ਠੀਕ ਹੈ, ਥੈਂਕ ਯੂ, ਟੇਕ ਕੇਅਰ, ਥੈਂਕ ਯੂ।